ਸਗਲ ਗੁਣਾ ਕੇ ਦਾਤੇ ਸੁਆਮੀ। ਬਿਨੋ ਸੁਨੋ ਇਕ ਦੀਨਾ, ਦੇਹੋ ਦਰਸ ਨਾਨਕ ਬਲਹਾਰੀ। ਜੀਅੜਾ ਬਲ ਬਲ ਕੀਨਾ, ਦਿਲ ਰਤਾ ਇਸ ਦੁਨੀ ਸਿਉ। ਦੁਨੀ ਨ ਕਿਤੈ ਕੰਮ, ਮਿਸਲ ਫਕੀਰਾਂ ਗਾਖੜੀ। ਸੋ ਪਾਈਐ ਪੂਰ ਕਰਮ, ਮਿਸਲ ਫਕੀਰਾਂ ਗਾਖੜੀ। ਸੋ ਪਾਈਐ ਪੂਰ ਕਰਮ। ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਸਿਮਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਸ਼੍ਰੀ ਮੁਖਵਾਕ ਸਾਹਿਬ ਹੈ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਪਾਵਨ ਸ਼ਬਦ ਹੈ ਜੀ, ਜੋ ਕਿ 745 ਅੰਗ ਤੋਂ ਆਰੰਭ ਹੋ ਕੇ 746 ਅੰਗ ਤੇ ਸੰਪੂਰਨ ਹੋ ਜਾਂਦਾ ਹੈ। ਸੋ ਹੀ ਰਾਗ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਕਿਸ ਪ੍ਰਕਾਰ ਜੋ ਧਰਤੀ ਦੇ ਵੱਖ-ਵੱਖ ਟੁਕੜੇ ਹਨ ਜਾਂ ਪੂਰੀ ਸਾਰੀ ਸ੍ਰਿਸ਼ਟੀ ਆ, ਕਿਸ ਤਰ੍ਹਾਂ ਇਹਨਾਂ ਸਾਰਿਆਂ ਨੂੰ ਮਾਇਆ ਨੇ ਜਕੜ ਕੇ ਰੱਖਿਆ ਹੋਇਆ ਹੈ। ਇਨਸਾਨ ਦਾ ਜਿਹੜਾ ਮਨ ਹੈ ਉਹ ਕਿਵੇਂ ਇਹਨਾਂ ਦੇ ਵਿੱਚ ਖੁੱਭਿਆ ਹੋਇਆ ਹੈ। ਇਸ ਤਰ੍ਹਾਂ ਜਿਵੇਂ ਕਿ ਕਬੀਰ ਸਾਹਿਬ ਜੀ ਦਾ ਬਚਨ ਹੈ, ਕਬੀਰ ਚੁਗੈ ਚਿਤਾਰੈ ਭੀ ਚੁਗੈ, ਚੁਗ ਚੁਗ ਚਿਤਾਰੇ, ਜੈਸੇ ਬਚ ਰਹੇ ਕੂੰਜ ਮਨ, ਮਾਇਆ ਮਮਤਾ ਰੇ। ਜਿਸ ਤਰ੍ਹਾਂ ਇੱਕ ਪੰਛੀ ਆ, ਉਹਦਾ ਨਾਮ ਹੈ ਕੂੰਜ, ਉਹ ਜਦੋਂ ਚੋਗਾ ਚੁਗਦੀ ਹੈ, ਚੋਗਾ ਚੁਗਦਿਆਂ ਚੁਗਦਿਆਂ ਆਪਣੇ ਬੱਚਿਆਂ ਤੋਂ ਦੂਰ ਹੁੰਦੀ ਆ, ਉਹ ਆਪਦੇ ਬੋਟ ਤੋਂ ਉਹਨਾਂ ਨੂੰ ਮੁੜ ਮੁੜ ਯਾਦ ਕਰਦੀ ਆ ਜਿਹੜੀ ਕੂੰਜ। ਫਿਰ ਚੋਗਾ ਚੁਗਦੀ ਆ, ਫਿਰ ਉਹਨਾਂ ਨੂੰ ਯਾਦ ਕਰਦੀ ਆ। ਇਸ ਤਰ੍ਹਾਂ ਉਹਦੀ ਜਿਹੜੀ ਸੁਰਤ ਆ, ਉਹਨਾਂ ਨੂੰ ਯਾਦ ਕਰਨ ਦੇ ਵਿੱਚ ਬਤੀਤ ਹੁੰਦੀ ਆ, ਆਪਣੇ ਬੋਟਾਂ ਨੂੰ, ਆਪਣੇ ਬੱਚਿਆਂ ਨੂੰ। ਜੈਸੇ ਬਚਰੇ ਕੂੰਜ ਮਨ, ਮਾਇਆ ਮਮਤਾ ਰੇ। ਜਿਵੇਂ ਕਿ ਇੱਕ ਕੂੰਜ ਚੋਗਾ ਚੁਗਦੀ ਹੋਈ ਆਪਣੇ ਬੱਚਿਆਂ ਨੂੰ ਮੁੜ ਮੁੜ ਯਾਦ ਰੱਖਦੀ ਆ, ਹੂ ਇਸੇ ਤਰ੍ਹਾਂ ਇਨਸਾਨ
ਮਾਇਆ ਨੂੰ ਮੁੜ ਮੁੜ ਚੇਤੇ ਕਰਦਾ, ਇਹਦੀ ਯਾਦ ਵਿੱਚ ਪ੍ਰਮਾਤਮਾ ਨਹੀਂ ਹੈ। ਸੂਹੀ ਮਹੱਲਾ ਪੰਜਵਾ। ਜਿਨ ਮੋਹੇ ਬ੍ਰਹਮੰਡ ਖੰਡ ਤਾਹੂ ਮੈਂ ਪਾਉ। ਜਿਹਨੇ ਇਹ ਸਾਰਾ ਬ੍ਰਹਮੰਡ, ਸਾਰੀ ਸ੍ਰਿਸ਼ਟੀ ਨੂੰ ਮੋਹ ਲਿਆ, ਸਾਰੇ ਦੇਸ਼ਾਂ ਨੂੰ ਮੋਹ ਲਿਆ, ਤਾਹੂ ਮੈਂ ਪਾਉ, ਮੈਂ ਵੀ ਕਿਤੇ ਉਹਦੇ ਵਿੱਚ ਲੱਗ ਕੇ ਐਸੀ ਮਾਇਆ ਦੇ ਅਧੀਨ ਹੋ ਕੇ ਜ਼ਿੰਦਗੀ ਨਾ ਬਸਰ ਕਰਾਂ। ਹੇ ਮੇਰੇ ਮਾਲਕ, ਮੈਨੂੰ ਇਹ ਤੋਂ ਬਚਾ। ਰਾਖ ਲਿਹੋ ਇਹ ਬਿਖਈ ਜੀਓ, ਮੈਂ ਵਿਕਾਰਾਂ ਦੇ ਨਾਲ ਭਰਿਆ ਹਾਂ, ਮੈਨੂੰ ਬਚਾ ਲਓ ਤੇ ਦੇਹੋ ਆਪਣਾ ਨਾਮ, ਤੇ ਆਪਣੇ ਨਾਮ ਦੀ ਬਖਸ਼ਿਸ਼ ਕਰੋ। ਕਬੀਰ ਮੇਰੀ ਸਿਮਰਣੀ, ਰਸਨਾ ਉਪਰ ਰਾਮ, ਆਦਿ ਜੁਗਾਦੀ ਸਗਲ ਭਗਤ, ਤਾਕੋ ਸੁਖ ਬਿਸਰਾਮ। ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਨੇ ਕਿ ਮੇਰੀ ਜੀਭ ਦੇ ਉੱਪਰ ਮੇਰੀ ਸਿਮਰਣੀ ਮਾਲਾ ਜਿਹੜੀ ਆ ਉਹ ਬਣ ਚੁੱਕੀ ਆ। ਮੇਰੀ ਜੀਭ ਹੀ ਮੇਰੀ ਮਾਲਾ ਹੈ, ਜਿਹਦੇ ਦੁਆਰਾ ਮੈਂ ਰਾਮ ਰਾਮ ਜਪਦਾ ਹਾਂ। ਆਦਿ ਜੁਗਾਦੀ ਸਗਲ ਭਗਤ, ਤਾਕੋ ਸੁਖ ਵਿਸਰਾਮ। ਸਾਰੇ ਭਗਤ, ਸਾਰੇ ਰੱਬ ਦੇ ਪਿਆਰੇ ਉਦੋਂ ਤੋਂ ਹੀ ਨਾਮ ਸਿਮਰਦੇ ਆਏ ਆ ਵਾਹਿਗੁਰੂ ਦਾ, ਜਦੋਂ ਤੋਂ ਸ੍ਰਿਸ਼ਟੀ ਬਣੀ ਆ। ਤੇ ਇਹੀ ਭਗਤਾਂ ਲਈ ਸੁੱਖ ਤੇ ਸ਼ਾਂਤੀ ਦਾ ਕਾਰਨ ਆ, ਉਹਦੀ ਇਬਾਦਤ। ਆਦਿ ਜੁਗਾਦੀ ਸਗਲ ਭਗਤ, ਤਾਕੋ ਸੁਖ ਵਿਸਰਾਮ। ਇਸ ਕਰਕੇ ਹੁਣ ਕਬੀਰ ਸਾਹਿਬ ਜੀ ਕਹਿੰਦੇ, ਮੈਂ ਆਪਣੀ ਰਸਨਾ ਨੂੰ ਹੀ, ਆਪਣੀ ਜੀਵ ਨੂੰ ਹੀ ਉਸ ਮਾਲਕ ਦੀ ਮਾਲਾ ਬਣਾ ਲਿਆ ਹੈ। ਹੁਣ ਮੈਨੂੰ ਦੂਜੀ ਮਾਲਾ ਦੀ ਲੋੜ ਨਹੀਂ, ਹੁਣ ਮੇਰੀ ਰਸਨਾ ਹੀ ਮੇਰੀ ਸਿਮਰਣੀ ਆ। ਉਹਦੇ ਉੱਪਰ ਵਾਹਿਗੁਰੂ ਦਾ ਨਾਮ ਹੈ। ਜੁਗਾਂ ਜੁਗਾਂ ਤੋਂ ਜਦੋਂ ਦੀ ਸ੍ਰਿਸ਼ਟੀ ਬਣੀ ਆ, ਉਦੋਂ ਤੋਂ ਹੀ ਭਗਤਾਂ ਨੇ ਇਹ ਨਾਮ ਜਪਿਆ ਹੈ। ਸਾਰੇ ਭਗਤ ਇਹੀ ਨਾਮ ਸਿਮਰਦੇ ਆਏ ਆ। ਉਹਦਾ ਨਾਮ ਹੀ ਭਗਤਾਂ ਲਈ ਸੁੱਖ ਅਤੇ ਸ਼ਾਂਤੀ ਦਾ ਕਾਰਨ ਹੈ। ਤੇ ਰਾਖ ਲਿਹੋ ਇਹ ਬਿਖਈ ਜੀਓ, ਦੇਹੋ ਆਪਣਾ ਨਾਉ। ਹੇ ਮੇਰੇ ਮਾਲਕ ਜੀ, ਮੈਨੂੰ ਬਚਾ ਲਵੋ ਇਹ ਵਿਖਿਆ ਤੋਂ ਆਪਣਾ ਨਾਮ ਦੇ ਕੇ, ਜਿਸ ਤਰ੍ਹਾਂ ਤੁਸੀਂ ਭਗਤਾਂ ਨੂੰ ਬਚਾਇਆ ਹੈ। ਰਹਾਓ। ਠਹਿਰਾਓ ਤੋਂ ਬਾਅਦ ਅੱਗੇ ਪੰਕਤੀਆਂ ਹਨ। ਜਾਤੇ ਨਾਹੀ ਕੋ ਸੁਖੀ, ਤਾਕੈ ਪਾਛੈ ਜਾਓ, ਛੋੜ ਜਾਹੇ ਜੋ ਸਗਲ ਕੋ, ਫਿਰ ਲਪਟਾਓ। ਜਿਨ੍ਹਾਂ ਚੀਜ਼ਾਂ ਦੇ ਵਿੱਚੋਂ ਕੋਈ ਸੁੱਖ ਨਹੀਂ, ਮੈਂ ਮੁੜ ਮੁੜ ਉਹਨਾਂ ਦੇ ਪਿੱਛੇ ਜਾਣਾ। ਤਾਕੈ ਪਾਛੈ ਜਾਓ। ਜਿਨ੍ਹਾਂ ਗੱਲਾਂ ਦੇ ਵਿੱਚ ਕੋਈ ਵੀ ਚੰਗਾ ਨਹੀਂ ਹੈ, ਚੰਗਿਆਈ ਨਹੀਂ ਹੈਗੀ, ਮੈਂ ਮੁੜ ਮੁੜ ਉਹਦੇ ਪਿੱਛੇ ਕਿਉਂ ਲੱਗਦਾ ਹਾਂ। ਛੋੜ ਜਾਹੇ ਜੋ ਸਗਲ ਕੋ, ਫਿਰ ਲਪਟਾਓ। ਜਿਹੜੀਆਂ ਚੀਜ਼ਾਂ ਨੇ ਮੈਨੂੰ ਛੱਡ ਜਾਣਾ ਹੈ, ਮੈਂ ਮੁੜ ਮੁੜ ਉਹਨਾਂ ਨੂੰ ਕਿਉਂ ਲਿਪਟਦਾ ਹਾਂ, ਮੈਂ ਉਹਨਾਂ ਵੱਲ ਹੀ ਕਿਉਂ ਧਿਆਨ ਦਿੰਦਾ। ਜਿਨ੍ਹਾਂ ਸਾਰੀਆਂ ਚੀਜ਼ਾਂ ਨੇ ਮੈਨੂੰ ਛੱਡ ਜਾਣਾ, ਮੈਂ ਮੁੜ ਮੁੜ ਉਹਨਾਂ ਦੇ ਪਿੱਛੇ ਕਿਉਂ ਦੌੜਦਾ ਹਾਂ। ਕਰੋ ਕਿਰਪਾ ਕਰਨਾਪਤੇ, ਤੇਰੇ ਹਰ ਗੁਣ ਗਾਓ। ਹੇ ਮੇਰੇ ਵਾਹਿਗੁਰੂ, ਮੇਰੇ ਤੇ ਕਿਰਪਾ ਕਰੋ। ਕਰੁਣਾ ਦੇ ਦਾਤੇ, ਮੈਂ ਤੁਹਾਡੇ ਗੁਣ ਗਾਉਂਦਾ ਰਹਾਂ। ਨਾਨਕ ਕੀ ਪ੍ਰਭ ਬੇਨਤੀ, ਸਾਧ ਸੰਗ ਸਮਾਓ। ਇਹੀ ਮੇਰੀ ਬੇਨਤੀ ਆ ਤੁਹਾਡੇ ਅੱਗੇ ਕਿ ਮੈਂ ਸਦਾ ਹੀ ਸਾਧ ਸੰਗਤ ਦੇ ਨਾਲ ਜੁੜਿਆ ਰਹਾਂ। ਜਾਤੇ ਨਾਹੀ ਕੋ ਸੁਖੀ, ਤਾਕੈ ਪਾਛੈ ਜਾਓ, ਛੋੜ ਜਾਹੇ ਜੋ ਸਗਲ ਕੋ, ਫਿਰ ਲਪਟਾਓ। ਛੋੜ ਜਾਹੇ ਜੋ ਸਗਲ ਕੋ, ਫਿਰ ਲਪਟਾਓ। ਇਸ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਦੱਸਦੇ ਨੇ, ਇਨਸਾਨ ਜਿਹੜਾ ਹੈ ਉਹਦਾ ਸੁਭਾਅ ਕੀ ਆ, ਆਪਦੀਆਂ ਗਲਤੀਆਂ ਤੋਂ ਨਾ ਸਿੱਖਣਾ,
ਇੱਕ ਗਲਤੀ ਕਰਨੀ, ਫਿਰ ਉਹਨੂੰ ਦੁਹਰਾਉਣਾ, ਹੌਲੀ ਹੌਲੀ ਗਲਤੀਆਂ ਤਜਰਬਾ ਬਣ ਜਾਂਦੀਆਂ। ਪਰ ਬੰਦਾ ਆਪਣੇ ਤਜਰਬੇ ਤੋਂ ਵੀ ਸਿੱਖ ਨਹੀਂ ਪਾਉਂਦਾ। ਇਹ ਗੁਰੂ ਅਰਜਨ ਦੇਵ ਜੀ ਦੱਸਦੇ ਆ ਤੇ ਭਗਤ ਫਰੀਦ ਸਾਹਿਬ ਜੀ ਇਹਨੂੰ ਬਿਆਨ ਕਰਦੇ ਆ। ਫਰੀਦਾ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ, ਇਕਨ ਕਿੰਨੈ ਚਾਲੀਐ ਦਰਵੇਸ਼ਾਂ ਵੀ ਰੀਤ। ਮੈਂ ਸੋਚਿਆ ਸੀ ਉਹ ਕਹਿਣ ਲੱਗੇ ਕਿ ਇਹ ਜਿਹੜੀ ਦਰਵੇਸ਼ੀ ਆ ਇਹ ਚੋਪੜੀ ਆ, ਉੱਪਰੋਂ ਉੱਪਰੋਂ ਹੀ ਆ, ਸੌਖਾ ਹੀ ਹੋਵੇਗਾ ਖੌਰੇ ਕਾਰਜ। ਪਰ ਇਕਨ ਕਿੰਨੈ ਚਾਲੀਐ ਦਰਵੇਸ਼ਾਂ ਵੀ ਰੀਤ, ਰੱਬ ਦੀ ਫਕੀਰੀ ਅਸਲ ਵਿੱਚ ਬਹੁਤ ਔਖੀ ਆ। ਇਹ ਥੋੜ੍ਹੇ ਬੰਦਿਆਂ ਦੇ ਹਿੱਸੇ ਆਉਂਦੀ ਆ। ਨਹੀਂ ਫਰੀਦਾ ਦਿਲ ਰੱਤਾ ਇਸ ਦੁਨੀ ਸਿਉ, ਦੁਨੀ ਨ ਕਿਤੈ ਕੰਮ। ਜਿਹੜਾ ਬੰਦੇ ਦਾ ਦਿਲ ਆ ਰੱਤਾ, ਦਿਲ ਰੱਤਾ ਇਸ ਦੁਨੀ ਸਿਉ, ਇਹ ਦੁਨੀਆ ਦੇ ਵਿੱਚ ਹੀ ਲੱਗਾ ਰਹਿੰਦਾ। ਇਨਸਾਨ ਦਾ ਜਿਹੜਾ ਦਿਲ ਹੈ, ਭਾਵ ਉਹਦਾ ਜਿਹੜਾ ਮਨ ਆ, ਉਹਦੇ ਜਿਹੜੇ ਖਿਆਲ ਆ, ਉਹਦੀ ਜਿਹੜੀ ਸੁਰਤ ਆ, ਉਹਦੀ ਜਿਹੜੀ ਯਾਦ ਆ, ਉਹ ਦੁਨੀ ਸਿਉ, ਉਹ ਦੁਨੀਆ ਦੇ ਵਿੱਚ ਰੰਗੀ ਇੰਨੀ ਪਈ ਆ। ਦਿਲ ਰੱਤਾ ਇਸ ਦੁਨੀ ਸਿਉ, ਦੁਨੀ ਨ ਕਿਤੈ ਕੰਮ। ਜਿਹਦੀ ਯਾਦ ਵਿੱਚ ਇਹ ਜੁੜ ਬੈਠਾ, ਜਿਹਨੂੰ ਮੁੜ ਮੁੜ ਚੇਤੇ ਕਰਦਾ, ਉਹ ਇਹਦੇ ਕਿਸੇ ਕੰਮ ਨਹੀਂ ਆਉਂਦੀਆਂ ਗੱਲਾਂ। ਜਿਹਨੂੰ ਮੁੜ ਮੁੜ ਚੇਤੇ ਕਰਦਾ ਹੈ, ਬਾਰ ਬਾਰ ਜਿਹਦੀ ਯਾਦ ਅੰਦਰ ਚੱਲਦੀ ਆ, ਉਹ ਸਾਰੀਆਂ ਚੀਜ਼ਾਂ ਦੇ ਕੰਮ ਨਹੀਂ ਆਉਂਦੀਆਂ। ਦਿਲ ਰੱਤਾ ਇਸ ਦੁਨੀ ਸਿਉ, ਦੁਨੀ ਨ ਕਿਤੈ ਕੰਮ। ਮਿਸਲ ਫਕੀਰਾਂ ਗਾਖੜੀ, ਮਿਸਲ ਫਕੀਰਾਂ ਗਾਖੜੀ, ਸੋ ਪਾਈਐ ਪੂਰ ਕਰਮ। ਰੱਬ ਦੀ ਜਿਹੜੀ ਇਬਾਦਤ ਆ, ਜਿਹਨੂੰ ਫਕੀਰੀ ਕਹਿੰਦੇ ਆ, ਇਹ ਬਹੁਤ ਔਖੀ ਆ। ਪੂਰੇ ਕਰਮ ਕਰਮ, ਇਹ ਪੂਰੀ ਕਿਸਮਤ ਵਾਲੇ ਬੰਦੇ ਨੂੰ ਮਿਲਦੀ ਆ। ਸੋ ਪਾਈਐ ਪੂਰ ਕਰਮ, ਕਿਸਮਤ ਵਾਲੇ ਜਿਹੜੇ ਬੰਦੇ ਹੁੰਦੇ ਨੇ ਉਹਨਾਂ ਨੂੰ ਇਹ ਪ੍ਰਾਪਤ ਹੁੰਦੀ ਆ ਫਕੀਰੀ, ਜੋ ਕਿ ਬਹੁਤ ਔਖਾ ਕੰਮ। ਮਿਸਲ ਫਕੀਰਾਂ ਗਾਖੜੀ, ਇਹ ਫਕੀਰਾਂ ਦੀ ਗਾਖੜੀ, ਇਹ ਬੰਦਗੀ ਇੰਨੀ ਗਾਖੜੀ ਆ, ਇੰਨੀ ਔਖੀ ਆ, ਇੰਨੀ ਕਠਿਨ ਆ। ਕੁਝ ਕੁ ਬੰਦੇ ਆ ਜਿਹੜੇ ਇਹਨੂੰ ਚੁਣਦੇ ਆ। ਰੱਬ ਜਿਨ੍ਹਾਂ ਨੂੰ ਮਿਹਰ ਕਰਕੇ, ਸਾਈਂ ਜੀ ਕਿਰਪਾ ਕਰਕੇ ਦਾਤ ਦਿੰਦੇ ਆ, ਜਿਹਨੂੰ ਫਕੀਰੀ ਕਹਿੰਦੇ ਆ। ਨਹੀਂ ਤਾਂ ਜਾਤੇ ਨਾਹੀ ਕੋ ਸੁਖੀ, ਤਾਕੈ ਪਾਛੈ ਜਾਓ। ਛੋੜ ਜਾਹੇ ਜੋ ਸਗਲ ਕੋ, ਫਿਰ ਲਪਟਾਓ। ਨਹੀਂ ਤਾਂ ਮਨ ਮੁੜ ਮੁੜ ਉਹਨਾਂ ਚੀਜ਼ਾਂ ਪਿੱਛੇ ਜਾਂਦਾ ਹੈ ਜਿਨ੍ਹਾਂ ਦੇ ਵਿੱਚ ਕੋਈ ਸੁੱਖ ਨਹੀਂ, ਤੇ ਉਹਨਾਂ ਚੀਜ਼ਾਂ ਨੂੰ ਵਾਰ-ਵਾਰ ਪ੍ਰਾਪਤ ਕਰਨਾ ਚਾਹੁੰਦਾ, ਜਿਹੜੀਆਂ ਅਸਲ ਵਿੱਚ ਇਹਦੀਆਂ ਹੈ ਹੀ ਨਹੀਂ ਹਨ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਇਹ ਬਚਨ ਕਰਦੇ ਹਨ ਸਾਨੂੰ, ਭਲੀ ਸੁਹਾਵੀ ਛਾਪਰੀ ਜਾ ਮੈਂ ਹਰ ਗੁਣ ਗਾਏ, ਕਿਤਿ ਕਾਮ ਨ ਧੌਲ ਹਰ ਜਿਤ ਹਰ ਬਿਸਰਾਏ। ਤਾਂ ਉਹ ਛੋਟੀ ਜੀ ਛੰਨ ਵੀ ਬੜੀ ਚੰਗੀ ਆ, ਜਿਹਦੇ ਵਿੱਚ ਰੱਬ ਦੇ ਗੁਣ ਗਾਏ ਜਾ ਰਹੇ ਆ। ਕਬੀਰ ਸੰਤਨ ਕੀ ਝੁੱਗੀਆਂ ਭਲੀ, ਸੰਤਾਂ ਦੀ ਝੁੱਗੀ ਭਲੀ ਹੈ। ਉਹ ਸ਼ਹਿਰ ਦੇ ਨਾਲੋਂ ਪੱਟ ਕੁਸੱਤੀ ਗਾਉਂ, ਉਹ ਪਿੰਡ ਦੇ ਨਾਲੋਂ ਸੰਤਾਂ ਦੀ ਜਿਹੜੀ ਝੁੱਗੀ ਆ ਉਹ ਚੰਗੀ ਆ। ਕਿਉਂਕਿ ਆਗ ਲਗੋ ਤੇ ਧੌਲ ਹਰ, ਜੇ ਨਾਹੀ ਹਰ ਕੋ ਨਾਉ। ਤਾਂ ਉਹ ਪਿੰਡ ਦੇ ਲੋਕ ਜਿਨ੍ਹਾਂ ਕੋਲ ਰੱਬ ਦੀ ਬੰਦਗੀ ਨਹੀਂ, ਉਹ ਪਲ ਪਲ ਸੜਦੇ ਨੇ। ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਹੈ। ਪਰ ਸੰਤਾਂ ਦੀ ਜਿਹੜੀ ਝੁੱਗੀ ਆ ਤੇ ਉਹ ਬਹੁਤ ਚੰਗੀ ਆ, ਜਿਹਦੇ ਵਿੱਚ ਰੱਬ ਦਾ ਨਾਮ ਆ। ਭਲੀ ਸੁਹਾਵੀ ਛਾਪਰੀ, ਉਹ ਛੰਨ ਵੀ ਭਲੀ ਆ, ਕਾਨਿਆਂ ਦੀ ਬਣੀ ਹੋਈ। ਜਾ ਮੈਂ ਗੁਣ ਗਾਏ, ਜਿਹਦੇ ਵਿੱਚ ਉਹਦੇ ਗੁਣ ਗਾਏ ਜਾ ਰਹੇ ਆ। ਉਹ ਸ਼ਹਿਰ ਉਜਾੜ ਆ ਜਿੱਥੇ ਉਹਦੀ ਕੋਈ ਯਾਦ ਨਹੀਂ। ਇੱਥੇ ਵੱਡੀਆਂ ਉੱਚੀਆਂ ਬਿਲਡਿੰਗਾਂ ਨੇ, ਬਹੁਤ ਉੱਚੀਆਂ ਉੱਚੀਆਂ, ਜੋ ਸ਼ਹਿਰ ਵਿੱਚ ਪਾਰਕਾਂ ਬਣੀਆਂ ਹੋਈਆਂ ਨੇ। ਪਰ ਜੇ ਉੱਥੇ ਰੱਬ ਦਾ ਨਾਮ ਨਹੀਂ ਹੈ, ਕਿਤੇ ਹੀ ਕਾਮ ਨ ਧੌਲ ਹਰ ਜਿਤ ਹਰ ਬਿਸਰਾਏ।
ਉਹ ਫਿਰ ਕਿਸੇ ਕੰਮ ਨਹੀਂ, ਕਿਸੇ ਮਾਨਿੰਦ ਨਹੀਂ ਆਉਂਦੀਆਂ। ਇਹ ਗੁਰੂ ਸਾਹਿਬ ਜੀ ਦੱਸਦੇ ਆ। ਸੋ ਕਹਿਣ ਦਾ ਭਾਵ ਇਹ ਹੈ ਕਿ ਗੁਰੂ ਸਾਹਿਬ ਦੇ ਨਾਲ ਪਿਆਰ ਕਰਨਾ ਇਹ ਵੱਡੀ ਕਿਸਮਤ ਦੇ ਨਾਲ ਪ੍ਰਾਪਤ ਹੁੰਦਾ। ਕਈ ਵਾਰ ਅਸੀਂ ਇਹ ਸ਼ਬਦ ਵਰਤਦੇ ਹਾਂ, ਉਹ ਬੰਦੇ ਕੋਲ ਜ਼ਮੀਨ ਬਹੁਤ ਜ਼ਿਆਦਾ ਚੰਗੀ ਆ, ਪੈਸੇ ਬਹੁਤ ਆ, ਉਹ ਕਰਮਾਂ ਵਾਲਾ। ਅਸੀਂ ਕਹਿੰਦੇ ਕਰਮਾਂ ਵਾਲਾ, ਕਿਸਮਤ ਵਾਲਾ ਨਹੀਂ। ਜਿਸ ਬੰਦੇ ਦੇ ਕੋਲ ਅਸਲੀ ਪਰਮਾਤਮਾ ਦੀ ਦੌਲਤ ਆ, ਅਸਲ ਵਿੱਚ ਕਬੀਰ ਸਾਹਿਬ ਜੀ ਕਹਿੰਦੇ ਉਹਨੂੰ ਕਹੋ ਇਹ ਬੰਦਾ ਭਾਗਾਂ ਵਾਲਾ, ਇਹ ਬੰਦਾ ਕਰਮਾਂ ਵਾਲਾ, ਇਹ ਬੰਦਾ ਜਿਹੜਾ ਹੈ ਰੱਬ ਦਾ ਪਿਆਰਾ ਵਾ, ਉਹਨੂੰ ਕਹੋ। ਜਿਨ ਮੋਹੇ ਬ੍ਰਹਮੰਡ ਖੰਡ ਤਾਹੂ ਮੈਂ ਪਾਉ। ਜਿਹੜੀ ਮਾਇਆ ਨੇ ਸਾਰੀ ਸ੍ਰਿਸ਼ਟੀ ਨੂੰ, ਸਾਰੇ ਦੇਸ਼ਾਂ ਨੂੰ ਠੱਗ ਲਿਆ, ਕਿਤੇ ਮੈਂ ਵੀ ਉਹਦੇ ਵਿੱਚ ਨਾ ਫਸ ਜਾਵਾਂ। ਹੇ ਵਾਹਿਗੁਰੂ ਮੈਨੂੰ ਬਚਾ ਲਾ ਆਪਣਾ ਨਾਮ ਦੇ ਕੇ, ਆਪਣਾ ਪਿਆਰ ਦੇ ਕੇ। ਤੇ ਇਸ ਤਰ੍ਹਾਂ ਆਪ ਜੀ ਇੱਕ ਸਾਖੀ ਸਰਵਣ ਕਰੋ, ਬੜੀ ਪਿਆਰੀ ਹੈ। ਬਲਦਾਂ ਦੇ ਗਲ ਦੇ ਵਿੱਚ ਟੱਲੀਆਂ ਬੰਨੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਤਿਆਰ ਕੀਤਾ ਜਾ ਰਿਹਾ। ਕੁਝ ਰਥ ਨੇ ਜਿਹੜੇ ਕਿ ਸਜਾਏ ਜਾ ਰਹੇ ਆ, ਉਹਨਾਂ ਦੇ ਵਿੱਚ ਸਾਜੋ ਸਮਾਨ ਰੱਖਿਆ ਜਾ ਰਿਹਾ। ਘੋੜੇ ਜਿਹੜੇ ਨੇ ਉਹਨਾਂ ਤੇ ਕਾਠੀਆਂ ਪੈ ਚੁੱਕੀਆਂ ਨੇ, ਬਾਕੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਰਹੀਆਂ। ਇਉਂ ਲੱਗਦਾ ਕੋਈ ਇਹ ਨਗਰ ਛੱਡ ਕੇ ਤੇ ਕਿਤੇ ਦੂਰ ਜਾ ਰਿਹਾ ਹੈ। ਬਹੁਤ ਸਾਰੇ ਉੱਥੇ ਲੋਕ ਇਕੱਠੇ ਹੋਏ ਨੇ। ਜਿੱਥੇ ਲੋਕ ਆਏ ਹੋਏ ਨੇ ਉੱਥੇ ਮਾਵਾਂ ਆਈਆਂ ਹੋਈਆਂ ਨੇ, ਮਾਵਾਂ ਦੇ ਨਾਲ ਉਹਨਾਂ ਦੇ ਬੱਚੇ ਆਏ ਹੋਏ ਨੇ। ਇੰਨੀਆਂ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਬਹੁਤ ਸੋਹਣੀ ਪਾਲਕੀ ਆ, ਬਹੁਤ ਸੁੰਦਰ ਪਾਲਕੀ ਹੈ। ਪਾਲਕੀ ਦੇ ਵਿੱਚ ਇੱਕ 8 ਸਾਲ ਦੇ ਪਿਆਰੇ ਪ੍ਰੀਤਮ ਜੀ, 8 ਵਰ੍ਹਿਆਂ ਦੀ ਜਿਨ੍ਹਾਂ ਦੀ ਉਮਰ ਹੈ, ਉਹ ਪਾਲਕੀ ਵਿੱਚ ਇੱਕ ਪਰਦਾ ਲੱਗਿਆ, ਉਹਨੂੰ ਪਾਸੇ ਹਟਾ ਕੇ ਆਪਣੇ ਚੰਦ ਵਰਗਾ ਮੁਖੜਾ ਦਿਖਾ ਰਹੇ ਆ। ਜਿਹੜੇ ਛੋਟੇ ਬੱਚੇ ਆ ਆਪਣੀ ਮਾਵਾਂ ਦੇ ਨਾਲ ਲਿਪਟ ਕੇ ਕਹਿ ਰਹੇ ਨੇ ਮਾਂ ਇਹ ਸਾਡਾ ਸਾਥੀ ਆ, ਅਸੀਂ ਇਹਦੇ ਨਾਲ ਹੀ ਜਾਵਾਂਗੇ, ਅਸੀਂ ਇਹਦੇ ਬਿਨਾਂ ਨਹੀਂ ਬਚ ਸਕਦੇ। ਇਹਨੇ ਹੀ ਸਾਨੂੰ ਗਲੇਲ ਦੇ ਨਾਲ ਨਿਸ਼ਾਨੇ ਲਾਉਣੇ ਸਿਖਾਏ ਨੇ, ਇਹਦੇ ਨਾਲ ਹੀ ਅਸੀਂ ਗੰਗਾ ਨਦੀ ਦੇ ਵਿੱਚ ਕਿਸ਼ਤੀ ਵਿੱਚ ਬਹਿ ਕੇ ਹੂਟੇ ਲਏ ਨੇ, ਇਹਦੇ ਨਾਲ ਸਾਡਾ ਬਚਪਨ ਬੀਤਿਆ। ਉਹ ਰੋ ਰਹੇ ਆ ਤੇ ਮਾਵਾਂ ਉਹਨਾਂ ਦੇ ਹੰਝੂ ਪੂੰਝ ਕੇ ਉਹਨਾਂ ਨੂੰ ਬਰਾ ਰਹੀਆਂ ਨੇ, ਕਹਿ ਰਹੀਆਂ ਨੇ ਰੋਵੋ ਨਾ, ਇਹ ਛੇਤੀ ਹੀ ਆਨੰਦਪੁਰ ਤੋਂ ਵਾਪਸ ਆਉਣਗੇ ਪਟਨਾ ਸਾਹਿਬ। ਇਹ ਕੌਣ ਨੇ? ਗੋਬਿੰਦ ਰਾਏ ਜੀ ਨੇ, ਜਿਹੜੇ ਪਾਲਕੀ ਦੇ ਵਿੱਚ ਬੈਠੇ ਹੋਏ ਨੇ। ਪਰਦਾ ਹਟਾ ਕੇ ਆਪਣੇ ਚੰਦ ਜੈਸੇ ਮੁਖੜੇ ਵਰਗੇ ਦੀਦਾਰ ਦੇ ਰਹੇ ਆ। ਉਹਨਾਂ ਦੇ ਨਾਲ ਬਚਪਨ ਵਿੱਚ ਖੇਡਣ ਵਾਲੇ ਸਾਥੀ ਕਹਿ ਰਹੇ ਨੇ ਕਿ ਸਾਨੂੰ ਹੁਣ ਸਾਡੀ ਜ਼ਿੰਦਗੀ ਕਿਵੇਂ ਹੋਵੇਗੀ? ਅਸੀਂ ਇਹਨਾਂ ਨਾਲ ਖੇਡਦੇ ਸੀ, ਅਸੀਂ ਵੀ ਇਹਨਾਂ ਨਾਲ ਪੰਜਾਬ ਜਾਣਾ, ਅਸੀਂ ਵੀ ਆਨੰਦਪੁਰ ਜਾਣਾ। ਤੇ ਮਾਵਾਂ ਉਹਨਾਂ ਨੂੰ ਬਰਾ ਰਹੀਆਂ ਨੇ ਕਿ ਇਹ ਵਾਪਸ ਮੁੜ ਆਉਣਗੇ। ਫਿਰ ਇੱਕ ਬਜ਼ੁਰਗ ਮਾਤਾ ਉੱਥੇ ਭੀੜ ਵਿੱਚ ਖੜੀ ਆ, ਉਹ ਕਹਿਣ ਲੱਗੀ ਇਹ ਜੋ ਗੁਜਰੀ ਦਾ ਚੰਦ ਹੈ ਨਾ, ਇਹ ਜਦੋਂ ਮੈਂ ਘਰ ਵਿੱਚ ਚਰਖਾ ਕੱਤਦੀ ਸਾਂ, ਇਹ ਨਿਆਣਿਆਂ ਨੂੰ ਲੈ ਕੇ ਆ ਜਾਂਦਾ ਸੀ। ਮੇਰੀਆਂ ਪੂਣੀਆਂ ਜਿਹੜੀਆਂ ਚਰਖੇ ਦੀਆਂ ਕੱਤਣ ਵਾਲੀਆਂ ਇੱਧਰ ਉੱਧਰ ਸੁੱਟ ਦੇਣੀਆਂ। ਉੱਪਰੋਂ ਮੈਂ ਜ਼ਰੂਰ ਇਹਨਾਂ ਨੂੰ ਗਾਲਾਂ ਕੱਢਦੀ ਸਾਂ, ਪਰ ਅੰਦਰੋਂ ਤਾਂ ਮੈਂ ਗੁਰੂ ਤੇਗ ਬਹਾਦਰ ਦੇ ਫਰਜ਼ੰਦ ਦੀ, ਸਾਹਿਬਜ਼ਾਦੇ ਦੀ ਖੈਰ ਹੀ ਮੰਗਦੀ ਸੀ। ਉੱਪਰੋਂ ਮੈਂ ਚਾਹੁੰਦੀ ਸੀ ਕਿ ਇਲਤਾਂ ਨਾ ਕਰਨ ਇਹ ਬੱਚੇ, ਪਰ ਅੰਦਰੋਂ ਚਾਹੁੰਦੀ ਸੀ ਰੋਜ਼ ਮੇਰੇ ਘਰੇ ਆਵੇ। ਤਾਂ ਉਹਦੀਆਂ ਅੱਖਾਂ ਵਿੱਚ ਹੰਝੂ ਭਰੇ ਬਜ਼ੁਰਗ ਔਰਤ ਦੇ। ਉਹ ਦੇਖ ਰਹੀ ਆ ਕਿ ਅੱਜ ਬਾਲਾ ਪ੍ਰੀਤਮ ਜੀ ਜਾ ਰਹੇ ਆ ਪਟਨਾ ਸਾਹਿਬ ਛੱਡ ਕੇ ਆਨੰਦਪੁਰ ਸਾਹਿਬ ਦੇ ਵੱਲ।
ਸੰਗਤਾਂ ਨੇ ਬੇਨਤੀ ਕੀਤੀ ਕਿ ਸੋਹਣੇ ਪ੍ਰੀਤਮ ਜੀ, ਸੋਹਣਿਆਂ ਦੇ ਸੁਲਤਾਨ ਜੀ, ਜਾਂਦੇ ਜਾਂਦੇ ਆਪਣੀ ਕੋਈ ਛੋਹ ਦੇ ਜੋ ਸਾਨੂੰ, ਕੋਈ ਚਿੰਨ੍ਹ, ਕੋਈ ਨਿਸ਼ਾਨੀ, ਕੁਝ ਦੇ ਕੇ ਜਾਓ ਜਿਹਨੂੰ ਅਸੀਂ ਸਮਝੀਏ ਤੁਸੀਂ ਸਾਡੇ ਕੋਲ ਹੋ, ਜਿਹੜੀ ਤੁਹਾਡੇ ਅੰਗਾਂ ਨਾਲ ਛੂਹੀ ਹੋਵੇ, ਕੋਈ ਇਹੋ ਜਿਹੀ ਯਾਦ। ਤਾਂ ਉਦੋਂ ਫਿਰ ਬਾਲ ਗੋਬਿੰਦ ਰਾਏ ਜੀ ਨੇ ਉਹਨਾਂ ਨੂੰ ਆਪਣਾ ਪੰਘੂੜਾ ਦਿੱਤਾ ਪਟਨਾ ਸਾਹਿਬ ਦੀ ਸੰਗਤ ਨੂੰ, ਜਿਹਦੇ ਵਿੱਚ ਉਹ ਛੋਟੇ ਹੁੰਦੇ ਗੁਰੂ ਮਹਾਰਾਜ ਨੂੰ ਲਾਡ ਲੜਾਏ ਜਾਂਦੇ ਸੀ। ਉਹ ਪੰਘੂੜਾ ਉਹਨਾਂ ਨੇ ਬਖਸ਼ਿਆ ਹੈ ਪਟਨਾ ਸਾਹਿਬ ਦੀ ਸੰਗਤ ਨੂੰ। ਉਹਨਾਂ ਨੇ ਆਪਣੇ ਦਿਲ ਦੇ ਨਾਲ ਉਹ ਅਨਮੋਲ ਖਜ਼ਾਨੇ ਨੂੰ ਲਾ ਕੇ ਰੱਖਿਆ। ਫਿਰ ਪਿਆਰੇ ਜੀ ਪਾਲਕੀ ਵਿੱਚ ਫਿਰ ਸਵਾਰ ਹੁੰਦੇ ਆ ਅਤੇ ਹੌਲੀ ਹੌਲੀ ਪਰਦਾ ਜਿਹੜਾ ਹੈ ਉਹ ਲੱਗ ਜਾਂਦਾ ਹੈ। ਮਾਤਾ ਗੁਜਰੀ ਜੀ ਵੀ ਉਹਨਾਂ ਨੂੰ ਗੋਦੀ 'ਚ ਬਿਠਾ ਲੈਂਦੇ ਆ। ਪਿੱਛੇ ਹਜ਼ਾਰਾਂ ਦੀ ਸੰਗਤ ਆ ਜਿਹੜੀ ਪਟਨਾ ਸਾਹਿਬ ਦੀ ਜੂਹ ਤੱਕ ਉਹਨਾਂ ਨੂੰ ਛੱਡਣ ਆਉਂਦੀ ਹੈ। ਇੰਨਾ ਜ਼ਿਆਦਾ ਉੱਥੇ ਇਕੱਠ ਆ, ਸਭ ਦੇ ਜਿਹੜੇ ਨੈਣ ਨੇ ਹੰਝੂਆਂ ਨਾਲ ਭਰੇ ਹੋਏ ਨੇ ਕਿ ਇਹ ਵਿਛੋੜਾ ਸਹਿਆ ਨਾ ਜਾਏ। ਇਹ ਕਿਵੇਂ ਹੁਣ ਕਦੋਂ ਕੁ ਮੁੜਨਗੇ ਵਾਪਸ, ਪਰ ਉਹ ਨਹੀਂ ਜਾਣਦੇ। ਬੱਚੇ ਜਾਣਾ ਚਾਹੁੰਦੇ ਉਹਨਾਂ ਦੇ ਨਾਲ ਕਿ ਸਾਡੇ ਬਚਪਨ ਦੇ ਸਾਥੀ ਨੇ, ਪਰ ਉਹ ਜਾਣਦੇ ਨਹੀਂ। ਗੋਬਿੰਦ ਰਾਏ ਜੀ ਤਾਂ ਹੁਣ ਸਿੱਖੀ ਤੋਂ ਸਿੰਘ ਤੋਂ ਖਾਲਸੇ ਦੇ ਸਫ਼ਰ ਵੱਲ ਵੱਧ ਚੁੱਕੇ ਆ, ਜਿੱਥੇ ਜਾ ਕੇ ਅੱਗੇ 14 ਜੰਗਾਂ ਨੇ, ਜਿੱਥੇ ਜਾ ਕੇ ਖੁਦ ਹੀ ਉਹਨਾਂ ਨੇ ਆਨੰਦਪੁਰ ਸਾਹਿਬ ਅੱਗੇ ਅਤੇ ਉਹਦੇ ਵਿੱਚ ਅੰਮ੍ਰਿਤ ਪਾਨ ਕਰਵਾ, ਖੰਡੇ ਦੀ ਪੌਲ ਛਕਾ, ਚਿੜੀਓਂ ਸੇ ਮੈਂ ਬਾਜ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ, ਇਨਹੀ ਕੋ ਸਰਦਾਰ ਬਣਾਊਂ। ਜਿਹੜੇ ਬੰਦਿਆਂ ਨੂੰ ਬਿਲਕੁਲ ਵੀ ਨਹੀਂ ਪਤਾ ਹੈਗਾ, ਉਹਨਾਂ ਨੂੰ ਸਰਦਾਰ ਬਣਾਉਣ ਲਈ 8 ਵਰ੍ਹਿਆਂ ਦੇ ਬਾਲ ਗੋਬਿੰਦ ਰਾਏ ਜੀ ਪਾਲਕੀ 'ਚ ਸਵਾਰ ਹੋ ਕੇ ਪਟਨਾ ਸਾਹਿਬ ਛੱਡ ਦਿੰਦੇ ਆ ਅਤੇ ਇਸ ਤਰ੍ਹਾਂ ਆਨੰਦਪੁਰ ਆਉਂਦੇ ਆ। ਗੁਰੂ ਪਿਆਰਿਓ, ਸੋ ਕਹਿਣ ਦਾ ਭਾਵ ਇਹ ਹੈ, ਦੁਨੀ ਵਜਾਈ ਵੱਜਦੀ, ਫਰੀਦਾ ਦੁਨੀ ਵਜਾਈ ਵੱਜਦੀ। ਦੁਨੀਆ ਦੇ ਲੋਕ ਸਿਰਫ ਮਾਇਆ ਲਈ ਜ਼ਿੰਦਗੀ ਜਿਉਂ ਰਹੇ ਆ। ਸਿਰਫ ਇਹ ਨਹੀਂ ਕਿ ਪੈਸਾ ਜਿਹੜਾ ਹੈ ਉਹਦੀ ਕੋਈ ਅਹਿਮੀਅਤ ਨਹੀਂ ਜ਼ਿੰਦਗੀ ਵਿੱਚ। ਪੈਸਾ, ਸਾਰੀਆਂ ਚੀਜ਼ਾਂ ਪੈਸੇ ਦੀਆਂ ਆਉਂਦੀਆਂ, ਦਵਾਈਆਂ, ਪੜ੍ਹਾਈ ਪੜ੍ਹਨੀ, ਕੋਈ ਕਿਤਾਬ ਖਰੀਦਣੀ, ਇੱਥੋਂ ਤੱਕ ਕਿ ਉਹ ਵੀ ਪੈਸੇ ਦੀ ਆਊਗੀ। ਪਰ ਇਹ ਇੰਨਾ ਵੱਡਾ ਵੀ ਉੱਚਾ ਵੀ ਹੈ ਨਹੀਂ ਕਿ ਆਪਾਂ ਇਹਦੀ ਖਾਤਰ ਰੱਬ ਨੂੰ ਭੁੱਲ ਜਾਈਏ। ਪੈਸਾ ਬਹੁਤ ਜ਼ਰੂਰੀ ਆ, ਪਰ ਇਹ ਸਿਰ 'ਤੇ ਬਿਠਾਉਣ ਵਾਲੀ ਚੀਜ਼ ਨਹੀਂ। ਇਹ ਜੇਬ 'ਚ ਹੋਵੇ ਤੇ ਬਿਹਤਰ ਹੈ, ਦਿਲ 'ਚ ਜੇ ਵਸ ਗਿਆ ਫਿਰ ਬਹੁਤ ਔਖਾ ਕਰਦਾ। ਦਿਲ ਰੱਤਾ ਇਸ ਦੁਨੀ ਸਿਉਂ, ਦੁਨੀ ਨਾ ਕੀਤਾ ਕੰਮ। ਭਗਤ ਫਰੀਦ ਜੀ ਕਹਿੰਦੇ, ਦੁਨੀਆ ਦੇ ਲੋਕ ਸਿਰਫ ਮਾਇਆ ਲਈ ਹੀ ਪੈਸੇ ਨਾਲ ਪਿਆਰ ਕਰਦੇ ਕਰਦੇ ਜ਼ਿੰਦਗੀ ਜਿਉਂਦੇ ਆ ਅਤੇ ਫਿਰ ਉਹ ਮਰ ਜਾਂਦੇ ਆ। ਇਹ ਉਹਨਾਂ ਦੀ ਕਹਾਣੀ ਆ, ਪਰ ਮੇਰੀ ਜ਼ਿੰਦਗੀ ਨਾ ਕਿਤੇ ਇਹੋ ਜਿਹੀ ਹੋ ਜਾਏ। ਮੈਂ ਨਹੀਂ ਇਹ ਚਾਹੁੰਦਾ ਮੇਰੀ ਜ਼ਿੰਦਗੀ ਵਿੱਚ ਕੁਝ ਵੰਡ ਕੇ ਛਕੋ ਵਾਲਾ ਸਿਧਾਂਤ ਹੋਵੇ। ਇੱਕ ਰਾਜਾ ਸੀਗਾ, ਇੱਦਾਂ ਵੱਧ ਸਮਝ ਜਾਓਗੇ। ਰਾਜੇ ਦਾ ਉਸ ਦਿਨ ਜਨਮ ਦਿਨ ਹੋਣ ਕਰਕੇ ਤੇ ਉਹਨੇ ਭੰਡਾਰੇ ਖੋਲ੍ਹ ਦਿੱਤੇ। ਆਖਿਆ ਕਿ ਮੇਰੀ ਪਰਜਾ ਨੂੰ ਕੁਝ ਵੰਡਿਆ ਜਾਵੇ। ਸਰਦੀ ਦਾ ਮੌਸਮ ਸੀ, ਕੰਬਲ ਵੰਡੇ ਜਾ ਰਹੇ ਸੀ ਗਰੀਬਾਂ ਨੂੰ। ਰਾਜਾ ਦਇਆਵਾਨ ਸੀ, ਕਤਾਰ ਲੱਗੀ ਹੋਈ, ਬਹੁਤ ਲੋਕ ਖੜ੍ਹੇ ਨੇ ਅਤੇ ਉੱਥੋਂ ਦੇ ਵੰਡਣ ਵਾਲੇ ਜਿਹੜੇ ਸਿਪਾਹੀ ਨੇ, ਉਹਨਾਂ ਨੇ ਕੀ ਦੇਖਿਆ ਕਿ ਇੱਕ ਕਤਾਰ ਦੇ ਵਿੱਚ ਕੋਈ ਫਕੀਰ ਤਬੀਅਤ ਦਾ ਬੰਦਾ ਹੈ, ਜਿਹਦੀ ਜਦੋਂ ਵਾਰੀ ਆਉਂਦੀ ਆ ਨੇੜੇ, ਉਹ ਪਿਛਲੇ ਬੰਦੇ ਨੂੰ ਅੱਗੇ ਕਰਕੇ ਖੁਦ ਪਿੱਛੇ ਹੋ ਜਾਂਦਾ। ਹੁਣ ਕਈ ਘੰਟੇ ਹੋ ਗਏ, ਕੰਬਲ ਬਹੁਤ ਵੰਡੇ ਗਏ, ਪਰ ਉਹਦੀ ਵਾਰੀ ਜਦੋਂ ਆਉਂਦੀ ਆ ਖੁਦ ਦੀ ਕੰਬਲ ਲੈਣ ਦੀ, ਉਹ ਪਿਛਲੇ ਵਾਲੇ ਨੂੰ ਅੱਗੇ ਕਰ ਦਿੰਦਾ। ਇਸ ਤਰ੍ਹਾਂ ਉਹਦੀ ਵਾਰੀ ਨਹੀਂ ਆ ਰਹੀ। ਸੰਤਰੀਆਂ ਨੇ ਜਾ ਕੇ ਰਾਜੇ ਨੂੰ ਕਿਹਾ ਕਿ ਇੱਕ ਫਕੀਰ ਆ ਕੋਈ, ਸਵੇਰ ਦਾ ਲਾਈਨ ਵਿੱਚ ਖੜਾ, ਅਤੇ ਜਦੋਂ ਉਹਦੀ ਵਾਰੀ ਆਉਣ ਲੱਗਦੀ ਆ, ਉਹ ਪਿਛਲਿਆਂ ਨੂੰ ਅੱਗੇ ਕਰਕੇ ਆਪ ਖੁਦ ਪਿੱਛੇ ਜਾ ਕੇ ਖੜਾ ਹੋ ਜਾਂਦਾ। ਫਿਰ ਇੰਨਾ ਸਬਰ ਉਹਦੇ ਵਿੱਚ। ਬੰਦਾ ਤਾਂ ਕਿਸੇ ਦੀ ਕਤਾਰ ਨੂੰ ਤੋੜ ਕੇ ਅੱਗੇ ਲੰਘਣ ਨੂੰ ਫਿਰਦਾ, ਇਨਸਾਨ ਇਹੋ ਜਿਹਾ।
ਇਹਦੇ ਵਿੱਚ ਸਹਿਜ ਸਬਰ ਨਹੀਂ ਹੈਗਾ। ਇਨਸਾਨ ਤਾਂ ਚਾਹੁੰਦਾ ਮੈਂ ਲਾਈਨ ਤੋੜ ਕੇ ਬੜੀ ਕਾਹਲ ਦੇ ਨਾਲ ਅੱਗੇ ਹੋ ਜਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਫਰਨਾਮੇ ਦੇ ਵਿੱਚ ਲਿਖਦੇ ਆ, ਕਾਹਲੀ ਕਰਨਾ ਸ਼ੈਤਾਨਾਂ ਦਾ ਕੰਮ ਹੁੰਦਾ। ਔਰੰਗਜ਼ੇਬ ਕਾਹਲੀ ਕਰਨਾ, ਕਾਹਲੀ ਵਿੱਚ ਕੀਤੇ ਹੋਏ ਕੰਮ ਮੁੜ ਮੁੜ ਕਰਨੇ ਪੈਂਦੇ ਆ, ਵਾਰ-ਵਾਰ ਕਰਨੇ ਪੈਂਦੇ ਆ, ਰਿਪੀਟ ਵਿੱਚ ਹੋ ਜਾਂਦੇ। ਬੰਦਾ ਤਾਂ ਬੜੀ ਕਾਹਲੀ ਕਰਦਾ। ਇਹ ਕੌਣ ਆ? ਰਾਜੇ ਨੇ ਆਖਿਆ ਉਹਨੂੰ ਬੁਲਾਓ ਮੇਰੇ ਕੋਲੇ। ਉਹ ਫਕੀਰ ਨੂੰ ਲੈ ਕੇ ਆਏ। ਫਕੀਰ ਨੂੰ ਕਹਿੰਦੇ ਤੂੰ ਕੀ ਕਰਦਾ ਹੈ? ਸੰਤਰੀਆਂ ਨੇ ਦੱਸਿਆ ਹੈ ਕਿ ਸਵੇਰ ਦਾ ਤੂੰ ਖੜਾ ਕਤਾਰ ਵਿੱਚ, ਪਰ ਕੰਬਲ ਤੂੰ ਨਹੀਂ ਲਿਆ, ਕੀ ਕਰ ਰਿਹਾ? ਉਹ ਕਹਿਣ ਲੱਗਾ, ਰਾਜਨ ਤੁਸੀਂ ਕੀ ਕਰਦੇ ਹੋ? ਰਾਜਾ ਕਹਿੰਦਾ, ਮੈਂ ਤਾਂ ਮੇਰਾ ਜਨਮ ਦਿਨ ਅੱਜ, ਮੈਂ ਤਾਂ ਵੰਡ ਰਿਹਾ, ਕੰਬਲ ਵੰਡ ਰਿਹਾ। ਉਹ ਕਹਿੰਦਾ ਮੈਂ ਵੀ ਵੰਡ ਰਿਹਾ। ਜੋ ਤੁਸੀਂ ਕਰ ਰਹੇ ਹੋ ਉਹੀ ਮੈਂ ਕਰ ਰਿਹਾ। ਕਹਿੰਦੇ ਤੂੰ ਕੀ ਵੰਡ ਰਿਹਾ? ਉਹ ਕਹਿੰਦੇ ਤੁਹਾਡੇ ਕੋਲ ਵੰਡਣ ਲਈ ਖਜ਼ਾਨਾ, ਤੁਸੀਂ ਪੈਸੇ ਵੰਡ ਰਹੇ ਹੋ, ਕੰਬਲ ਵੰਡ ਰਹੇ ਹੋ। ਮੇਰੇ ਕੋਲ ਵੰਡਣ ਲਈ ਪੈਸੇ ਤਾਂ ਹੈ ਨਹੀਂ ਗੇ, ਮੇਰੇ ਕੋਲ ਵੰਡਣ ਲਈ ਆਪਣੀ ਵਾਰੀ ਆ, ਮੈਂ ਉਹ ਵੰਡ ਰਿਹਾ। ਮੇਰੇ ਕੋਲ ਪੈਸੇ ਤਾਂ ਹੈ ਨਹੀਂ ਨਾ ਵੰਡਣ ਨੂੰ ਕਿ ਮੈਂ ਕਿਸੇ ਨੂੰ ਕੁਝ ਪੈਸੇ ਦੇ ਸਕਾਂ, ਕੰਬਲ ਦੇ ਸਕਾਂ। ਮੇਰੇ ਕੋਲ ਤਾਂ ਸਿਰਫ ਆਪਣੀ ਵਾਰੀ ਆ। ਜਦੋਂ ਮੇਰੇ ਪਿੱਛੇ ਜੋ ਖੜਾ ਹੈ ਇਨਸਾਨ, ਮੈਨੂੰ ਲੱਗਦਾ ਮੇਰੇ ਨਾਲੋਂ ਵੱਧ ਇਹਨੂੰ ਲੋੜ ਹੋਊਗੀ ਕੰਬਲ ਦੀ, ਮੈਂ ਉਹਨੂੰ ਅੱਗੇ ਕਰ ਦਿੰਦਾ। ਸਵੇਰ ਦੀ ਇਹ ਚੀਜ਼ ਮੈਨੂੰ ਮਹਿਸੂਸ ਹੁੰਦੀ ਆ, ਮੇਰੇ ਨਾਲੋਂ ਵੱਧ ਲੋੜ ਇਹਨੂੰ ਹੁੰਦੀ ਆ, ਉਹਨੂੰ ਮੈਂ ਅੱਗੇ ਕਰ ਦਿੰਦਾ। ਇੱਦਾਂ ਮੈਂ ਸਵੇਰ ਤੋਂ ਸ਼ਾਮ ਹੋ ਗਈ ਅਤੇ ਮੈਂ ਵਾਰੀ ਹੀ ਵੰਡੀ ਜਾਂਦਾ, ਵਾਰੀ ਵੰਡੀ ਜਾਂਦਾ। ਰਾਜਾ ਬਹੁਤ ਖੁਸ਼ ਹੋਇਆ, ਕਿਉਂਕਿ ਉਹ ਫਕੀਰ ਕਿਉਂ ਬਣਿਆ ਇੱਦਾਂ? ਉਹ 'ਚ ਦਇਆ ਹੈਗੀ ਆ। ਕਰੋ ਕਿਰਪਾ ਕਰਨਾ ਪਤੇ, ਤੇਰੇ ਹਰ ਗੁਣ ਗਾਓ। ਇਹ ਦਇਆ ਆ ਕਿੱਥੋਂ ਗਈ ਉਹਦੇ ਵਿੱਚ? ਇਹ ਦਇਆ ਆ ਕਿੱਥੋਂ ਗਈ? ਜਿਹੜਾ ਵੀ ਕੋਈ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਪਰਮਾਤਮਾ ਦਇਆ ਦਾ ਮੁਜੱਸਮਾ ਹੈ, ਉਹਦੇ ਅੰਦਰ ਦਇਆ ਆ ਜਾਂਦੀ ਹੈ। ਜਿਹਨੂੰ ਤੁਸੀਂ ਯਾਦ ਕਰਦੇ ਹੋ, ਮਨੋਵਿਗਿਆਨ ਇਹ ਆ ਕਿ ਉਹਦੇ ਜੈਸੇ ਤੁਸੀਂ ਹੋ ਜਾਂਦੇ ਹੋ। ਜਿਹਨੂੰ ਤੁਸੀਂ ਯਾਦ ਕਰਦੇ ਹੋ ਸਾਰਾ ਸਾਰਾ ਦਿਨ, ਉਹੋ ਜਿਹੇ ਹੋਣਾ ਤੁਹਾਡਾ ਸੁਭਾਅ ਲਾਜ਼ਮੀ ਆ, ਉਹਨੂੰ ਤੁਸੀਂ ਕੱਟ ਨਹੀਂ ਸਕੋਗੇ। ਜਿਨ੍ਹਾਂ ਵਰਗੇ ਤੁਸੀਂ ਹੋਣਾ ਚਾਹੁੰਦੇ ਹੋ, ਉਹਨਾਂ ਨੂੰ ਤੁਸੀਂ ਯਾਦ ਕਰਨਾ ਸ਼ੁਰੂ ਕਰੋ। ਰੱਬ ਜੈਸਾ ਸੁਭਾਅ ਫਕੀਰਾਂ ਦਾ ਕਿਉਂ ਹੁੰਦਾ? ਉਹਨਾਂ ਦਾ ਸੁਭਾਅ ਤਾਂ ਹੁੰਦਾ, ਉਹ ਰੱਬ ਨੂੰ ਯਾਦ ਕਰਦੇ ਆ। ਆਪਾਂ ਕਹਿੰਦੇ ਉਹਦਾ ਸੁਭਾਅ ਬਹੁਤ ਵਧੀਆ। ਹੋ ਕਿਵੇਂ ਗਿਆ? ਉਹ ਬਾਣੀ ਵਾਲਾ ਸਿੱਖ ਆ, ਕਮਾਈ ਵਾਲਾ ਸਿੱਖ ਆ, ਉਹ ਮਿੱਠ ਬੋਲੜਾ ਹੈ। ਹੋ ਕਿਵੇਂ ਗਿਆ? ਗੁਰੂ ਸਾਹਿਬ ਮਿੱਠ ਬੋਲੜੇ ਆ, ਉਹ ਬਾਣੀ ਨਾਲ ਜੁੜਿਆ ਹੋਊਗਾ। ਉਹ ਸਾਰਿਆਂ ਦਾ ਸਤਿਕਾਰ ਕਰਦਾ ਹੈ। ਗੁਰੂ ਸਾਹਿਬ ਜੀ ਛੋਟੇ ਵੱਡਿਆਂ ਦਾ ਸਤਿਕਾਰ ਕਰਦੇ ਸੀ, ਬੱਚਿਆਂ ਨਾਲ ਪਿਆਰ ਕਰਦੇ ਸੀ। ਉਹ ਤਾਂ ਇੱਦਾਂ ਦਾ ਹੋ ਗਿਆ, ਉਹਨੇ ਆਪਦੇ ਮਾਲਕ ਨੂੰ ਚੇਤੇ ਕੀਤਾ। ਦੂਜੇ ਬੰਦੇ ਇੱਦਾਂ ਕਿਉਂ ਹੋ ਗਏ? ਉਹਨਾਂ ਕੀ ਕੀਤਾ? ਕਬੀਰ ਸਾਹਿਬ ਜੀ ਤੋਂ ਸੋਹਣਾ ਜਵਾਬ ਸ਼ਾਇਦ ਹੀ ਕੋਈ ਦੇ ਸਕੇ। ਚੁਗੈ ਚਿਤਾਰੇ ਭੀ ਚੁਗੈ ਚੁਗ ਚੁਗ ਚਿਤਾਰੇ। ਕਬੀਰ, ਜਿਵੇਂ ਇੱਕ ਕੂੰਜ ਪੰਛੀ ਦਾਣਾ ਚੋਗਾ ਚੁਗਦੀ 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 ਆਪਦੇ ਬੱਚਿਆਂ ਨੂੰ ਮੁੜ ਮੁੜ ਚੇਤੇ ਕਰਦੀ ਹੈ। ਇੱਕ ਦਾਣਾ ਚੁਗਿਆ, ਫਿਰ ਆਪਦੇ ਬੋਟ ਨੂੰ ਯਾਦ ਕਰਦੀ ਹੈ, ਬੋਟਾਂ ਨੂੰ, ਬੱਚਿਆਂ ਨੂੰ, ਫਿਰ ਚੁਗਦੀ ਆ, ਫਿਰ ਬੱਚਿਆਂ ਨੂੰ ਯਾਦ ਕਰਦੀ ਆ। ਬੰਦਾ ਮਾਇਆ ਨੂੰ, ਮਾਇਆ ਤੋਂ ਭਾਵ ਪੈਸਾ ਨਹੀਂ, ਉਹ ਹਰ ਚੀਜ਼ ਜਿਹੜੀ ਤੁਹਾਨੂੰ ਰੱਬ ਨੂੰ ਤੋੜ ਦੇ ਉਹਨੂੰ ਮਾਇਆ ਕਹਿੰਦੇ ਆ। ਬੰਦਾ ਦੂਜੀਆਂ ਚੀਜ਼ਾਂ ਨੂੰ ਰੱਬ ਤੋਂ ਇਲਾਵਾ ਇਵੇਂ ਯਾਦ ਕਰਦਾ ਜਿਵੇਂ ਕੂੰਜ ਮੁੜ ਮੁੜ ਚੇਤੇ ਕਰਦੀ ਆ ਆਪਦੇ ਬੱਚਿਆਂ ਨੂੰ, ਦਾਣਾ ਚੁਗਦੀ। ਬੰਦਾ ਰੋਟੀ ਖਾਂਦਾ, ਬੰਦਾ ਵੀ ਕੂੰਜ ਵਰਗਾ ਹੀ ਆ, ਮੁੜ ਮੁੜ ਚੇਤੇ ਕਰੂਗਾ ਹੋਰ ਚੀਜ਼ਾਂ ਨੂੰ, ਰੱਬ ਨੂੰ ਨਹੀਂ। ਬਸ ਰੱਬ ਨੂੰ ਛੱਡ ਕੇ ਕੋਈ ਹੋਰ ਚੀਜ਼ ਯਾਦ ਕਰਨੀ, ਇਹ ਮਾਇਆ ਹੀ ਆ, ਇਹਨੂੰ ਮਾਇਆ ਕਹਿੰਦੇ। ਰੋਜ਼ਾਨਾ ਸਾਖੀ ਜਿਹੜੀ ਸਰਵਣ ਕਰਦੇ ਹੋ, ਸਰਵਣ ਕਰੋ ਆਪ ਜੀ ਹੁਣ ਪਿਆਰ ਦੇ ਨਾਲ। ਰਾਜਾ ਸ਼ਿਵਨਾਗ ਸੀ, ਸੰਗਲਾਦੀਪ ਦੇ ਵਿੱਚ ਰਹਿਣ ਵਾਲਾ। ਜਦੋਂ ਪਤਾ ਲੱਗਾ ਕਿ ਬਾਗ ਦੇ ਵਿੱਚ 3 ਕੋਈ ਫਕੀਰ ਤਬੀਅਤ ਦੇ ਬੰਦੇ ਆਏ ਆ, ਇੱਕ ਨੇ ਮੋਢਿਆਂ 'ਤੇ ਰਬਾਬ ਟੰਗੀ ਹੋਈ ਆ। ਜਦੋਂ ਉਹਨਾਂ ਕੀਰਤਨ ਕੀਤਾ ਤੇ ਸੁੱਕਾ ਬਾਗ ਹਰਾ ਹੋ ਗਿਆ। ਉਹਨਾਂ ਦੀ ਪ੍ਰੀਖਿਆ ਕਰਨ ਲਈ ਕੁਝ ਇਸਤਰੀਆਂ ਭੇਜੀਆਂ,
ਉਹ ਵੀ ਨਿਹਾਲ ਹੋਈਆਂ। ਉਹਨਾਂ ਨੇ ਵੀ ਮਾਫੀ ਮੰਗੀ। ਰਾਜੇ ਨੂੰ ਕਿਹਾ ਉਹ ਤਾਂ ਵਾਕਈ ਹੀ ਇਉਂ ਜਾਪਦਾ ਗੁਰੂ ਨਾਨਕ ਨੇ। ਵਾਕਈ ਹੀ ਰਾਜੇ ਨੇ ਆਪਦੇ ਜੋੜੇ ਉਤਾਰੇ। ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਰਾਜਾ ਹੋਸ਼ ਭੁਲਾ ਬੈਠਾ, ਬਹੁਤ ਸਮੇਂ ਤੋਂ ਉਡੀਕ ਰਿਹਾ ਸੀਗਾ ਬਾਬਾ ਨਾਨਕ ਜੀ ਨੂੰ। ਜੋੜੇ ਉਤਾਰ ਕੇ ਪਿੱਛੇ ਪਿੱਛੇ ਦੌੜਿਆ। ਜਿੱਧਰ ਦੱਸ ਪਈ ਸੀ ਇੱਧਰ ਬਾਗ ਆ, ਇੱਥੇ ਬੈਠੇ ਹੋਏ ਨੇ। ਉੱਥੇ ਆਇਆ, ਉੱਥੇ ਗੁਰੂ ਨਾਨਕ ਸਾਹਿਬ ਜੀ ਦਾ ਜਲਾਲ ਤੱਕਿਆ ਹੈ। ਉਹਨਾਂ ਦੇ ਚਿਹਰੇ ਦਾ ਜਿਹੜਾ ਨੂਰ ਹੈ ਉਹਨਾਂ ਵੱਲ ਦੇਖਿਆ ਨਹੀਂ ਜਾ ਰਿਹਾ। ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਉੱਥੇ ਨਾਲ ਨੇ, ਤੇ ਉਹਨਾਂ ਦੇ ਹੱਥ 'ਚ ਰਬਾਬ ਤੇ ਚੌਰ ਸਾਹਿਬ ਪਕੜਿਆ ਹੋਇਆ, ਉਹ ਸੇਵਾ ਨਿਭਾ ਰਹੇ ਆ। ਇਹ ਰਾਜਾ ਆ ਕੇ ਕਹਿਣ ਲੱਗਾ, ਜੀ ਤੁਸੀਂ ਕੌਣ ਹੋ, ਤੁਹਾਡਾ ਨਾਮ ਕੀ ਆ? ਪੁੱਛਣਾ ਚਾਹੁੰਦਾ ਵੀ ਕਹਿ ਦੇਣੇ ਗੁਰੂ ਨਾਨਕ ਨੇ। ਗੁਰੂ ਨਾਨਕ ਸਾਹਿਬ ਕਹਿੰਦੇ, ਇਹ ਜਾਣਨ ਲਈ ਮੈਂ ਕੌਣ ਹਾਂ, ਉਹਦੇ ਲਈ ਇਨਸਾਨ ਨੂੰ ਬਹੁਤ ਕਮਾਈ ਕਰਨੀ ਪੈਂਦੀ ਹੈ। ਮੈਂ ਕੌਣ ਹਾਂ, ਆਪਦੀ ਮੈਂ ਨੂੰ ਮਿਟਾਉਣ ਲਈ ਜਾਂ ਸਮਝਣ ਲਈ ਮੈਂ ਕੁਝ ਨਹੀਂ ਹਾਂ, ਬਹੁਤ ਕਮਾਈ ਕਰਨੀ ਪੈਂਦੀ ਹੈ। ਜੋ ਰਾਜਾ ਪੁੱਛਦਾ ਹੈ ਗੁਰੂ ਸਾਹਿਬ ਜੀ ਬਾਣੀ ਨਾਲ ਉੱਤਰ ਦਿੰਦੇ ਆ। ਕਹਿੰਦੇ ਤੁਸੀਂ ਕਰਦੇ ਕੀ ਹੋ ਇੱਥੇ ਬਾਗ 'ਚ ਬਹਿ ਕੇ? ਫਿਰ ਕਹਿੰਦੇ ਜਿਹੜੀ ਮੇਰੀ ਜੀਵ ਆ ਨਾ, ਇਹ ਤੱਕੜੀ ਦਾ ਕੁੰਡਾ ਹੈ। ਜਿਹੜਾ ਮੇਰਾ ਦਿਲ ਆ ਨਾ, ਉਹ ਤੱਕੜੀ ਦਾ ਪੱਲੜਾ ਹੈ, ਤੇ ਇਹਦੇ ਨਾਲ ਮੈਂ ਉਹ ਨਾ ਤੋਲੇ ਜਾਣ ਵਾਲੇ ਵਾਹਿਗੁਰੂ ਨੂੰ ਤੋਲਣ ਦੀ ਕੋਸ਼ਿਸ਼ ਕਰਦਾ, ਮਾਪਣ ਦੀ ਕੋਸ਼ਿਸ਼ ਕਰਦਾ ਰੋਜ਼, ਜਿਹੜਾ ਤੋਲਿਆ ਨਹੀਂ ਜਾ ਸਕਦਾ। ਉਹਦੀ ਯਾਦ ਮੈਨੂੰ ਆਉਂਦੀ ਆ। ਅਸੀਂ ਤਾਂ ਬਸ ਇਹੀ ਕਰਦੇ ਹਾਂ, ਮੁਹੱਬਤ ਕਰਨ ਤੋਂ ਬਿਨਾਂ, ਪਿਆਰ ਕਰਨ ਤੋਂ ਬਿਨਾਂ ਸਾਨੂੰ ਹੋਰ ਕੋਈ ਕੰਮ ਆਉਂਦਾ ਹੀ ਨਹੀਂ। ਉਹ ਕਹਿੰਦੇ ਬਹੁਤ ਪਖੰਡੀ ਲੋਕ ਹੁੰਦੇ ਆ। ਰਾਜਾ ਕਹਿੰਦਾ ਕਿ ਪਖੰਡੀ ਹੁੰਦੇ ਆ। ਧਿਆਨ ਤੇ ਮੁਹੱਬਤ ਨਿੱਜੀ ਚੀਜ਼ਾਂ ਨੇ, ਦੂਜਾ ਕਰੋ ਤੇ ਪਖੰਡ ਲੱਗਦੀਆਂ, ਆਪ ਕਰੋ ਤਾਂ ਰੱਬ ਲੱਗਦੀਆਂ। ਕਹਿਣ ਲੱਗਾ ਬਹੁਤ ਪਖੰਡੀ ਲੋਕ ਆ ਜਿਹੜੇ ਇਹੋ ਜਿਹਾ ਕੁਝ ਕਰਦੇ ਆ। ਪਹਿਲਾਂ ਇੱਥੇ ਬਹੁਤ ਆਏ, ਆਪ ਜੀ ਕੌਣ ਹੋ? ਫਿਰ ਜਦੋਂ ਗੁਰੂ ਨਾਨਕ ਸਾਹਿਬ ਜੀ ਹਰ ਜਵਾਬ ਉਹਨਾਂ ਬਾਣੀ ਨਾਲ ਦਿੱਤਾ, ਹਰ ਗੱਲ ਉਹਨਾਂ ਬਾਣੀ ਨਾਲ ਕਹੀ ਆ, ਤੇ ਰਾਜੇ ਨੂੰ ਯਕੀਨ ਹੋ ਗਿਆ ਕਿ ਇਹ ਤਾਂ ਗੁਰੂ ਨਾਨਕ ਜੀ ਨੇ। ਫਿਰ ਹੱਥ ਜੋੜ ਕੇ ਕਹਿਣ ਲੱਗਾ, ਚਲੋ ਜੀ ਮੇਰੇ ਮਹਿਲਾਂ ਦੇ ਵਿੱਚ ਚਲੋ, ਉੱਥੇ ਚਰਨ ਪਾਓ। ਰਾਜਾ ਸ਼ਿਵਨਾਵ ਕਹਿਣ ਲੱਗਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਹੀਂ, ਪਹਿਲਾਂ ਧਰਮਸਾਲ ਬਣਾਓ, ਪਹਿਲਾਂ ਧਰਮਸਾਲ ਬਣਾਓ। ਧਰਮਸਾਲ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਧਰਮਸ਼ਾਲਾ ਹੁੰਦੀਆਂ ਸੀ, ਜਿਨ੍ਹਾਂ 'ਚ ਬੰਦਗੀ ਹੁੰਦੀ ਸੀ ਸਵੇਰੇ ਸ਼ਾਮ। ਕਹਿੰਦੇ ਧਰਮਸਾਲ ਬਣਾਓ, ਫਿਰ ਆਵਾਂਗੇ। ਰਾਜਾ ਜਦੇ ਹੀ ਜਾਂਦਾ, ਉਦੋਂ ਹੀ ਉਹਨੇ ਫਿਰ ਮਿਸਤਰੀਆਂ ਨੂੰ ਆਖਿਆ ਛੇਤੀ ਬਣਾਓ, ਦੇਰੀ ਨਾ ਕਰਿਓ, ਕਿਤੇ ਦੇਰੀ ਨਾ ਕਰਿਓ। ਬਹੁਤ ਤੇਜ਼ੀ ਨਾਲ ਧਰਮਸਾਲ ਬਣਦੀ ਆ, ਬੜੀ ਛੇਤੀ ਤਿਆਰ ਹੁੰਦੀ ਆ, ਤੇ ਤੇਜ਼ੀ ਫਿਰ ਮੁੜਦਾ ਹੈ। ਉਹ ਬਾਗ ਦੇ ਵਿੱਚ ਆਉਂਦਾ ਵੀ ਮੈਂ ਗੁਰੂ ਨਾਨਕ ਜੀ ਨੂੰ ਲਿਆਵਾਂ। ਉੱਥੇ ਗੁਰੂ ਨਾਨਕ ਸਾਹਿਬ ਜੀ ਉਹਨੂੰ ਨਜ਼ਰ ਨਹੀਂ ਆਉਂਦੇ, ਕਿਉਂਕਿ ਉਹਦਾ ਇਮਤਿਹਾਨ ਆ। ਗੁਰੂ ਸਾਹਿਬ ਜੀ ਉੱਥੋਂ ਚਲੇ ਜਾਂਦੇ ਆ ਕੁਝ ਸਮੇਂ ਲਈ ਹੋਰ ਪਾਸੇ। ਇਹ ਬੇਹੋਸ਼ ਹੋ ਜਾਂਦਾ ਉੱਤੇ, ਕਿਉਂਕਿ ਇਹਦੇ ਅੰਦਰ ਤੜਫ ਬਹੁਤ ਸੀ ਰਾਜੇ ਦੇ ਅੰਦਰ। ਤੇ ਇਹਨੂੰ ਫਿਰ ਮਾਲਿਸ਼ ਕਰਕੇ ਇਹਦੇ ਜਿਹੜੇ ਨੌਕਰ ਨੇ ਜਗਾਉਂਦੇ ਆ। ਕਹਿੰਦੇ ਕੀ ਹੋ ਗਿਆ? ਕਹਿੰਦੇ ਜਿਹੜੇ ਪਿਆਰੇ ਨੂੰ ਬਹੁਤ ਸਮੇਂ ਤੋਂ ਉਡੀਕ ਰਿਹਾ ਸੀ ਉਹ ਆਇਆ। ਸੁਪਨੇ ਵਿੱਚ ਤੁਸਾਂ ਮਿਲੇ ਸਾਨੂੰ, ਅਸਾਂ ਧਾਗਲ ਬੱਕੜੀ ਪਾਈ, ਪਰ ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਭਾਈ ਵੀਰ ਸਿੰਘ ਜੀ ਦੇ ਕਹਿਣ ਵਾਂਗ ਆਏ ਵੀ, ਸੰਗਲਾਦੀਪ ਬਗੀਚੇ 'ਚ ਬੈਠੇ ਵੀ, ਇੱਕ ਵਾਰ ਸ਼ੋਅ ਦੇ ਕੇ ਪਤਾ ਨਹੀਂ ਕਿੱਥੇ ਲੁਕ ਗਏ। ਹੁਣ ਨਿਰਾ ਹੀ ਨੂਰ ਸੀਗੇ ਗੁਰੂ ਨਾਨਕ ਜੀ, ਪਰ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਰਾਜਾ ਬੇਹੋਸ਼ ਹੋ ਗਿਆ। ਇੰਨਾ ਸਦਮਾ ਲੱਗਾ ਕਿ ਪਿਆਰੇ ਜੀ ਕਿੱਧਰ ਗਏ, ਉਹ ਰਬਾਬ ਵਾਲਾ ਸਾਥੀ ਕਿੱਧਰ ਗਿਆ, ਉਹ ਚੌਰ ਸਾਹਿਬ ਵਾਲਾ ਸਾਥੀ ਕਿੱਧਰ ਗਿਆ, ਕਿੱਧਰ ਗਏ? ਉਹ ਬੇਹੋਸ਼ ਹੋ ਗਿਆ। ਅੱਗੇ ਕੀ ਹੁੰਦਾ ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਸਰਵਣ ਕਰੋਗੇ। ਭੁੱਲ ਚੁੱਕ ਦੀ ਖਿਮਾ। ਗੁਰੂ ਮਹਾਰਾਜ ਕਿਰਪਾ ਕਰਨ। ਕੀਤੀ ਹੋਈ ਵਿਚਾਰ ਹਿਰਦਿਆਂ 'ਚ ਵਸੇ। ਸ਼ਬਦਾਂ ਦੀ ਕਮਾਈ ਕਰਕੇ ਸੋਹਣੇ ਜੀਵਨ ਵਾਲੇ ਬਣੀਏ। ਵੱਡਿਆਂ ਦਾ ਸਤਿਕਾਰ ਕਰੀਏ, ਆਪਣੇ ਤੋਂ ਛੋਟਿਆਂ ਨਾਲ ਪਿਆਰ ਕਰੀਏ। ਇਹੀ ਜ਼ਿੰਦਗੀ ਦਾ ਲਾਹਾ ਹੈ। 1 ਮਿੰਟ ਸਭ ਕੁਝ ਭੁਲਾ ਕੇ
ਬਸ ਉਹਦੇ ਹੋ ਕੇ ਉਹਨੂੰ ਚੇਤੇ ਕਰ ਲਈਏ ਤੇ ਇਹ ਕਿਹਾ ਹੋਇਆ ਵਾਹਿਗੁਰੂ ਕਬੂਲ ਹੋਵੇ। ਗੁਰੂ ਸਾਹਿਬ ਜੀ ਅਸੀਸ ਬਖਸ਼ਣ ਸਾਰਿਆਂ ਨੂੰ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ